ਦੀ ਸ਼ਾਨ ਅੱਗੇ ਵੈਰੀ ਚੁੱਕਦੇ ਖਾਲਸੇ ਦੀ ਸ਼ਾਨ ਅੱਗੇ ਵੈਰੀ ਚੁੱਕਦੇ ਬਾਜਾਂ ਵਾਲੇ ਪੰਥ ਸਜਾ ਕੇ
ਮਹਿ ਤੂੰ ਰਾਜਾ ਕਹੀਐ, ਭੂਮਣ ਮੈਂ ਭੂਮਾ ਠਾਕੁਰ ਮੈਂ ਠਕੁਰਾਈ ਤੇਰੀ। ਕੋਮਣ ਸਿਰ ਕੋਮਾ ਪਿਤਾ ਮੇਰੋ ਬੜੋ ਧਨੀ ਅਗਮਾ, ਉਸਤਤ ਕਵਨ ਕਰੀਜੈ ਕਰਤੇ ਪੀਖ ਰਹੇ ਬਿਸਮਾ। ਜੁਗ ਜੁਗ ਅਟਲ ਸਤਿਗੁਰੂ ਸ਼ਬਦ ਗੁਰੂ ਪੂਰਾ ਗੁਰੂ ਸਮਰੱਥ ਗੁਰੂ। 10 ਪਾਤਸ਼ਾਹੀਆਂ ਦੀ ਆਤਮਕ ਜੋਤ ਧੰਨ ਧੰਨ ਸਤਿਗੁਰੂ ਗਰੀਬ ਨਵਾਜ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਪਾਵਨ ਪਵਿੱਤਰ ਹਜ਼ੂਰੀ ਅੰਦਰ ਜੁੜ ਕੇ ਬੈਠੀ ਸਤਿਕਾਰਯੋਗ ਗੁਰੂ ਕੀ ਸੰਗਤ ਅਤੇ ਘਰਾਂ ਵਿੱਚ ਇੰਟਰਨੈਟ ਦੇ ਮਾਧਿਅਮ ਰਾਹੀਂ ਟੈਲੀਵਿਜ਼ਨ ਦੇ ਸਾਧਨ ਰਾਹੀਂ ਇਹਦਾ ਸਹੀ ਉਪਯੋਗ ਕਰਦੇ ਹਾਂ। ਘਰਾਂ ਵਿੱਚ ਬੈਠ ਕੇ ਗੁਰੂ ਦਰਬਾਰ ਨਾਲ ਸੁਰਤ ਜੋੜ ਕੇ ਬੈਠੇ ਹੋ, ਇਕਾਗਰਤਾ ਬਣਾਇਓ, ਆਖਿਓ ਜੀ ਸਤਨਾਮ ਸ੍ਰੀ ਵਾਹਿਗੁਰੂ। ਸਾਹਿਬ ਜੀ ਦਾ ਪਾਵਨ ਪਵਿੱਤਰ ਬਚਨ ਹੈ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨ ਕੋਇ। ਮੇਰੇ ਤੋਂ ਪਹਿਲਾਂ ਬਹੁਤ ਹੀ ਸਤਿਕਾਰਯੋਗ ਗਿਆਨੀ ਗੁਰਸੇਵਕ ਸਿੰਘ ਜੀ ਦਲ ਬਾਬਾ ਬਿਧੀ ਚੰਦ ਸੁਰ ਸਿੰਘ ਵਾਲਿਆਂ ਨੇ ਆਪ ਜੀ ਦੇ ਨਾਲ ਬੜੀ ਦਿਲੋਂ ਦਲੀਲਾਂ ਦੇ ਕੇ ਗੁਰਬਾਣੀ ਦੇ ਸਤਿਕਾਰ ਪ੍ਰਤੀ ਆਪ ਜੀ ਦੇ ਨਾਲ ਵਿਚਾਰ ਸਾਂਝੇ ਕੀਤੇ। ਉਸ ਦੀ ਪ੍ਰੋੜਤਾ ਕਰਦੇ ਆਪ ਜੀ ਦੇ ਨਾਲ ਇੱਕ ਤਰੀਕੇ ਦੇ ਨਾਲ ਗੱਲ ਕਰਾਂ। ਮੇਰੇ ਵਰਗੇ ਦੀ ਕਿਸੇ ਥਾਣੇਦਾਰ ਦੇ ਨਾਲ ਗੱਲਬਾਤ ਬਣ ਜਾਏ ਨਾ, ਸੱਜਣ ਬਣ ਜਾਏ ਕੋਈ, ਨਾ ਸਿਪਾਹੀ ਨੂੰ ਤੇ ਨਾ ਕਿਸੇ ਹੌਲਦਾਰ ਨੂੰ ਨਾ ਸੰਤਰੀ ਨੂੰ ਮਿੱਥਦਾ ਹੀ ਨਹੀਂ ਬੰਦਾ, ਕਿਉਂਕਿ ਉਹਦੀ ਵੱਡੇ ਅਫਸਰ ਨਾਲ ਗੱਲ ਜੂਗੀ। ਤੇ ਜੇ ਕੋਈ ਰਾਹੇ ਦੁਰਾਹੇ ਖੜਾ ਕੋਈ ਪੁਲਿਸ ਵਾਲਾ ਮਿਲ ਗਿਆ, ਕਿਸੇ ਨੇ ਸੀਟੀ ਮਾਰੀ ਤਾਂ ਉਹਨੂੰ ਵੀ ਦਾਬਾ ਮਾਰ ਕੇ ਨਿਕਲ ਜਾ, ਤੈਨੂੰ ਨਹੀਂ ਪਤਾ ਤੇਰੇ ਮਾਲਕ ਨਾਲ ਮੇਰੀ ਗੱਲਬਾਤ ਹੈ। ਉਹ ਵੀ ਅਗਲਾ ਧੰਨਵਾਦ ਕਰਕੇ ਜਾਓ ਜੀ, ਹੱਥ ਜੋੜ ਕੇ ਗਾਂ ਤੁਰਦਾ। ਤੇ ਜਿਹਦੀ ਡੀਐਸਪੀ ਦੇ ਨਾਲ ਹੋ ਜੇ ਨਾ ਤਾਂ ਉਹਦਾ ਰੋਹ ਉਦੋਂ ਵੱਧ ਜਾਂਦਾ ਹੈ। ਤੇ ਜੇ ਕਿਸੇ ਦੀ ਵੱਡੇ ਮੰਤਰੀ ਦੇ ਨਾਲ ਗੱਲ ਹੋ ਜੇ ਨਾ ਤਾਂ ਫਿਰ ਬੰਦੇ ਨੂੰ ਬੰਦਾ ਹੀ ਨਹੀਂ ਸਮਝਦਾ। ਅਸੀਂ ਸਾਰੇ ਚੰਗੀ ਤਰ੍ਹਾਂ ਜਾਣਦੇ ਹਾਂ, ਉਹਨੂੰ ਕਿਸੇ ਪ੍ਰਕਾਰ ਦਾ ਡਰ ਭੈ ਨਹੀਂ ਹੁੰਦਾ, ਭਾਵੇਂ ਦਿਨੇ ਭੱਠੀ ਲਾ ਕੇ ਕਿਉਂ ਨਾ ਬੈਠਾ ਹੋਵੇ। ਤੇ ਸ਼ਰੇਆਮ ਆਪਣੀ ਬੰਬੀ ਤੇ ਭੱਠੀ ਲਾਈ ਹੁੰਦੀ ਹੈ ਤੇ ਡਰਮਾਂ ਦੇ ਡਰਮ ਸ਼ਰਾਬ ਵੀ ਨਿਕਲਦੀ ਹੈ, ਉਹਨੂੰ ਪੁੱਛਣ ਵਾਲਾ ਕੋਈ ਨਹੀਂ। ਉਹਦਾ ਕਾਰਨ ਹੈ ਕਿਉਂਕਿ ਜਿਹਦੇ ਹੁਕਮ ਦੇ ਵਿੱਚ ਜਿਹੜੇ ਅਫਸਰ ਚੱਲਦੇ ਆ ਤਾਂ ਉਹਦੇ ਨਾਲ ਉਹਦੀ ਸਿੱਧੀ ਸਾਂਝ ਬਣ ਗਈ ਹੈ। ਵੱਡੇ ਅਫਸਰ ਨੂੰ ਜਿਹੜੇ ਵੱਡੇ ਮਾਲਕ ਨੇ ਉਹਨੂੰ ਹੁਕਮ ਦੇਣਾ ਤੇ ਜਿਹਦੇ ਹੁਕਮ ਦੇ ਨਾਲ ਅਫਸਰਾਂ ਨੇ ਕੰਮ ਕਰਨਾ ਉਹਦੇ ਨਾਲ ਤੇ ਸਿੱਧੀ ਗੱਲਬਾਤ ਹੈ। ਤੇ ਡਰ ਫਿਰ ਕਾਹਦਾ? ਮੈਂ ਇੰਨੀ ਗੱਲ ਹੀ ਕਹਿਣੀ ਚਾਹੁੰਦਾ ਹਾਂ, ਜਿਹੜਾ ਦੀਨ ਦੁਨੀਆ ਦਾ ਮਾਲਕ ਹੈ ਉਸ ਦੇ ਨਾਲ ਸਾਡੀ ਸਾਂਝ ਬਣ ਗਈ ਤੇ ਫਿਰ ਸਾਨੂੰ ਡਰ ਭੈ ਕਿਸੇ ਦਾ ਨਹੀਂ, ਨਾ ਜਮਦੂਤਾਂ ਦਾ, ਨਾ ਭੂਤਾਂ ਦਾ, ਨਾ ਕਿਸੇ ਹੋਰ ਦਾ। ਸਾਨੂੰ ਕਾਹਦਾ ਡਰ? ਭਾਈ ਭਗਤ ਰਵਿਦਾਸ ਜੀ ਦਾ ਸ਼ਬਦ ਹੈ, ਸਤਿਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਹੈ, ਉਰਵਾਰ ਪਾਰ ਕੇ ਦਾਨੀਆਂ ਲਿਖ ਲਿਓ ਆਲ ਪਤਾਲ, ਮੋਹੇ ਜਮ ਡੰਡ ਨਾ ਲੱਗੇ ਤਜੀਲੇ ਸਰ ਜੰਜਾਲ। ਲਿਖ ਲਓ ਜੋ ਮਰਜ਼ੀ ਲਿਖਣਾ, ਹੁਣ ਮੈਨੂੰ ਤੁਹਾਡਾ ਡਰ ਕੋਈ ਨਹੀਂ, ਕਿਉਂਕਿ ਮੇਰੀ ਤੁਹਾਡੇ ਮਾਲਕ ਦੇ ਨਾਲ ਸਾਂਝ ਬਣ ਗਈ ਹੈ। ਸ਼ਬਦ ਹੀ ਅਸੀਂ ਹਜ਼ਾਰਾਂ ਵਾਰ ਆਪਣੀ ਜ਼ਿੰਦਗੀ 'ਚ ਪੜ੍ਹਿਆ, ਵਾਹੋ ਵਾਹੋ ਬਾਣੀ ਕਰੋ ਕਿਰਪਾ ਸਾਰੇ, ਵਾਹੋ ਵਾਹੋ ਬਾਣੀ ਨਿਰੰਕਾਰ ਹੈ, ਤਿਸ ਜੀਵੜ ਅਵਰ ਨਾ ਕੋਈ। ਜਿਹਦੇ ਤੋਂ ਵੱਡਾ ਹੈ ਹੀ ਕੋਈ ਨਹੀਂ। ਹੁਣ ਉਹਦਾ ਅਸੀਂ ਸਤਿਕਾਰ ਕਰਨਾ ਕਿ ਨਿਰਾਦਰ ਕਰਨਾ? ਮੈਂ ਤਾਂ ਕਹਿੰਦਾ ਲੱਖ ਦਰਜੇ ਫਿਰ ਵੀ ਬਾਬਾ ਰਾਮ ਰਾਏ ਚੰਗਾ ਸੀ। ਗੁਰੂ ਘਰ ਤੋਂ ਬੇਮੁਖ ਹੋ ਗਿਆ, ਗੁਰੂ ਘਰ ਨੇ ਦੁਰਕਾਰ ਦਿੱਤਾ ਵੀ ਸਾਡੇ ਮੱਥੇ ਹੀ ਨਾ ਲੱਗੇ, ਜਿੱਧਰ ਨੂੰ ਉਹਦਾ ਮੂੰਹ ਉਧਰ ਨੂੰ ਚਲਾ ਜਾਵੇ। ਹੁਕਮ ਤੇ ਫਿਰ ਉਸੇ 'ਚ ਹੀ ਰਿਹਾ ਹੈ। ਰਾਮ ਰਾਏ ਨੇ ਫਿਰ ਵੀ ਹੁਕਮ ਮੰਨ ਲਿਆ ਕਿ ਮੇਰੇ ਗੁਰੂ ਪਿਤਾ ਨੇ ਆਖਿਆ ਜਿੱਧਰ ਨੂੰ ਤੇਰਾ ਮੂੰਹ ਹੈ ਉਧਰ ਨੂੰ ਤੁਰ ਜਾ। ਘੱਟ ਤੋਂ ਘੱਟ ਇੱਕ ਹੁਕਮ ਦੀ ਪਾਲਣਾ ਉਹਨੇ ਫਿਰ ਵੀ ਕਰ ਲਈ। ਉਹ ਤਾਂ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਨੇ ਦੁਬਾਰਾ ਫਿਰ ਗੱਲ ਲਾ ਲਿਆ ਹੈ, ਕਿਉਂਕਿ ਗੁਰੂ ਗੋਬਿੰਦ ਸਿੰਘ ਜੀ ਦਾ ਭਤੀਜਾ ਬਣ ਗਿਆ ਨਾ, ਗੁਰੂ ਹਰਿਰਾਏ ਸਾਹਿਬ ਜੀ ਦਾ ਪੁੱਤਰ। ਇੱਕ ਗੱਲ ਮੂੰਹ 'ਚ ਆ ਗਈ, ਇਹ ਵੀ ਕਹਿ ਦਿਆਂ, ਸਿੱਖ ਕੌਮ ਦੇ ਵਾਸਤੇ ਇੱਕ ਰਾਵਣ ਪੈਦਾ ਹੋਇਆ ਜਿਹਨੂੰ ਤੁਸੀਂ ਬਿਗ ਬੀ ਜਾਂ ਅਮਿਤਾਭ ਬੱਚਨ ਕਹਿੰਦੇ ਹੋ। ਇਹ ਉਹ ਬੰਦਾ ਜਿਹੜਾ ਕਹਿੰਦਾ ਸੀ ਖੂਨ ਕਾ ਬਦਲਾ ਖੂਨ। ਬੜੇ ਜ਼ਿਆਦਾ ਇਹਨੇ ਸਿੱਖ ਘਰਾਣਿਆਂ ਦੇ ਕਤਲ ਦੇ ਵਿੱਚ ਹਿੱਸਾ ਪਾਇਆ ਆਪਣਾ। ਕੌਣ ਬਣੇਗਾ ਕਰੋੜਪਤੀ ਦੇ ਵਿੱਚ ਇੱਕ ਸਰਦਾਰ। ਜਦੋਂ ਇਹ ਪ੍ਰੋਗਰਾਮ ਨਵਾਂ ਨਵਾਂ ਚੱਲਿਆ ਸੀ ਉਦੋਂ ਬਹੁਤਿਆਂ ਘਰਾਂ 'ਚ ਟੀਵੀ ਨਹੀਂ ਸੀ ਹੁੰਦਾ, ਖੈਰ ਸਾਡੇ ਵੀ ਨਹੀਂ ਸੀ ਹੁੰਦਾ। ਮੈਂ ਉਹ ਕਿਸੇ ਦੇ ਘਰ ਗਿਆ ਤੇ ਉਹਨਾਂ ਦੇ ਘਰ ਪ੍ਰਸ਼ਾਦਾ ਛਕਦੇ ਹੋਏ ਨੇ ਵੇਖਣਾ ਸ਼ੁਰੂ ਕੀਤਾ। ਉਹਦੇ ਵਿੱਚ ਜਿਹੜੀ ਖਾਸ ਗੱਲ ਹੈ ਨਾ ਮੈਂ ਤੁਹਾਡੇ ਨਾਲ ਸਾਂਝੀ ਕਰਨ ਲੱਗਾ। ਅਮਿਤਾਭ ਬੱਚਨ ਨੇ ਆਖਿਆ ਸਰਦਾਰ ਜੀ, ਸਰਦਾਰ ਸਾਬਤ ਸੂਰਤ ਸੀ ਤੇ ਜਾਣਕਾਰ ਵੀ ਬੜਾ ਸੀ। ਅਮਿਤਾਭ ਬੱਚਨ ਨੇ ਆਖਿਆ 9ਵੇਂ ਪਾਤਸ਼ਾਹ ਗੁਰੂ ਤੇਗ ਬਹਾਦਰ ਵੱਡੀ ਉਮਰ ਦੇ ਨੇ, 8 ਸਾਲ ਦੇ ਤੁਹਾਡੇ ਗੁਰੂ ਹੋਏ ਨੇ ਗੁਰੂ ਹਰਕ੍ਰਿਸ਼ਨ ਸਾਹਿਬ, ਉਹ 8ਵੇਂ ਗੁਰੂ ਨੇ। 9ਵਾਂ ਗੁਰੂ ਉਮਰ 'ਚ ਵੱਡਾ ਏ ਤੇ
8ਵਾਂ ਗੁਰੂ ਉਮਰ 'ਚ ਬੜਾ ਛੋਟਾ ਏ, ਇਹਨਾਂ ਦੋਵਾਂ ਦਾ ਆਪਸੀ ਰਿਸ਼ਤਾ ਕੀ ਹੈ? ਉਹ ਸਰਦਾਰ ਜਿੱਥੇ ਪਟਾਕ ਪਟਾਕ 'ਚ ਜਵਾਬ ਦੇ ਰਿਹਾ ਸੀ ਉਹਦੇ ਸਵਾਲਾਂ ਦੇ, ਤੇ ਇਹਦਾ ਜਵਾਬ ਹੀ ਉਹਨੂੰ ਕੋਈ ਨਹੀਂ ਆਇਆ। ਉਹ ਰੋਇਆ, ਉਹ ਗੇਮ ਕੁਇਟ ਕਰ ਗਿਆ, ਉਹ ਛੱਡ ਗਿਆ ਉਸ ਨੂੰ ਵੀ ਪਹਿਲਾਂ ਮੈਂ ਆਪਣੇ ਇਤਿਹਾਸ ਨੂੰ ਵੇਖਾਂਗਾ। ਇੱਕ ਗੱਲ ਸੰਸਾਰ ਭਰ ਦੀ ਜਾਣਕਾਰੀ ਉਹਦੇ ਨਾਲ ਸਾਂਝੀ ਕਰ ਰਿਹਾ, ਆਪਣੇ ਘਰ ਦਾ ਪਤਾ ਕੋਈ ਨਹੀਂ। ਮੈਂ ਉੜੀਸਾ ਭੁਵਨੇਸ਼ਵਰ ਦੀ ਧਰਤੀ ਤੇ ਸਾਂ, ਉਥੇ ਇਹੋ ਜੀ ਕਹਾਣੀ ਫਿਰ ਦੁਹਰਾਈ ਗਈ। 2012 ਦੀ ਗੱਲ ਹੈ। ਅੰਮ੍ਰਿਤਸਰ ਦਾ ਮੁੰਡਾ ਹੈ, ਉਹ ਸ਼ਾਇਦ ਤੁਸੀਂ ਵੇਖਿਆ ਹੋਵੇ, ਦਾੜੀ ਕੱਟੀ ਆ, ਸਿਰ ਤੇ ਪੱਗ ਬੰਨੀ ਆ, ਤੇ ਉਛਲ ਉਛਲ ਕੇ ਦੱਸਦਾ ਪਿਆ ਹੈ ਚੰਗੀ ਗੇਮ ਖੇਡਦਾ ਪਿਆ। ਜਦੋਂ ਇਹ ਸਵਾਲ ਉਹਦੇ ਸਾਹਮਣੇ ਆਇਆ ਨਾ, ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਅੰਗਰੇਜ਼ਾਂ ਦੇ ਨਾਲ ਸੰਧੀ ਕਿੱਥੇ ਹੋਈ? ਸਤਲੁਜ ਤੇ ਬਿਆਸਾ ਦੇ ਰਾਵੀ ਤੇ ਜਦੋਂ ਸਵਾਲ ਪਏ ਨਾ, ਇਹਦਾ ਜਵਾਬ ਕੋਈ ਨਹੀਂ ਆਇਆ। ਇਹ ਤੇ ਪਤਾ ਕਿਹੜੀ ਫਿਲਮ ਦਾ ਕਿਹੜਾ ਗਾਇਕ ਤੇ ਕਿਹੜਾ ਡਾਇਰੈਕਟਰ ਹੈ, ਕਿਹੜੀ ਫਿਲਮ ਨੇ ਕਿੰਨਾ ਪੈਸਾ ਕਮਾਇਆ ਉਹਨੂੰ ਪਤਾ ਹੈ, ਕਿਹੜਾ ਫਿਲਮ ਦਾ ਕਲਾਕਾਰ ਕਿਸ ਘਰਾਣੇ 'ਚ ਕੀ ਉਹਦੀ ਉਮਰ ਸਭ ਪਤਾ ਹੈ। ਉਹਨੇ ਆਖਿਆ 4 ਮਹੀਨੇ ਆਪਸ਼ਨ ਪਾ ਕੇ ਵੀ ਕੱਤਕ ਦੀ ਪੂਰਨਮਾ ਨੂੰ, ਪੂਰਨਮਾਸ਼ੀ ਨੂੰ ਤੁਹਾਡੇ ਕਿਹੜੇ ਗੁਰੂ ਦਾ ਜਨਮ ਦਿਨ ਮਨਾਇਆ ਜਾਂਦਾ ਹੈ? ਉਹਨੇ ਆਪਣੀ ਮੰਮੀ ਨੂੰ ਟੈਲੀਫੋਨ ਕਰਕੇ ਪੁੱਛ ਲਿਆ, ਹਾਲਾਂਕਿ ਸਤਿਕਾਰਯੋਗ ਦੀ ਮਾਂ ਨੂੰ ਪਤਾ ਸੀ। 2 ਸਵਾਲ ਆਪਣੀ ਹਿਸਟਰੀ ਦੇ ਪੱਲੇ ਨਾ ਪਏ। ਦਾੜੀ ਕੱਟੀ ਵੇਖਣ ਨੂੰ ਸਰਦਾਰ, ਮੈਂ ਸਮਝਦਾ ਹਾਂ ਸਾਡੀ ਇੰਟਰਨੈਸ਼ਨਲ ਲੈਵਲ ਤੇ ਜੋ ਬੇਇੱਜ਼ਤੀ ਹੁੰਦੀ ਹੈ ਇਸ ਤਰੀਕੇ ਨਾਲ, ਜੋ ਨਰਾਦਰ ਹੁੰਦਾ ਹੈ, ਮੇਰਾ ਖਿਆਲ ਹੈ ਕਿ ਸਾਡੀ ਕਮਜ਼ੋਰੀ ਕਰਕੇ ਹੁੰਦਾ ਹੈ। ਅਸੀਂ ਇੰਟਰਨੈਸ਼ਨਲ ਲੈਵਲ ਤੇ ਵੀ ਆਪਦਾ ਜਲੂਸ ਕਢਾ ਬੈਠਦੇ ਹਾਂ, ਸਾਨੂੰ ਆਪਣਾ ਤਾਂ ਕੁਝ ਪਤਾ ਹੁੰਦਾ ਨਹੀਂ, ਤੇ ਬਗਾਨੀ ਜਾਣਕਾਰੀ ਅਸੀਂ ਢੇਰ ਸਾਰੀ ਇਕੱਠੀ ਕਰੀ ਫਿਰਦੇ। ਫੇਰ ਕੀ ਲੋਕੀ ਸਾਨੂੰ ਸ਼ਾਬਾਸ਼ੀ ਦੇਣਗੇ? ਸਾਨੂੰ ਸੋਚਣਾ ਪੈਣਾ। ਮੈਂ ਬੇਨਤੀ ਕਰ ਰਿਹਾ ਸਾਂ, ਗੁਰੂ ਸਾਹਿਬ ਨੇ ਇਹੋ ਹੀ ਆਖਿਆ ਸੀ, 8ਵੇਂ ਪਾਤਸ਼ਾਹ ਨੇ, ਸਾਡੇ ਤੋਂ ਬਾਅਦ ਤੁਹਾਡਾ ਗੁਰੂ ਬਾਬਾ ਬਕਾਲੇ। ਬਾਬੇ ਤੋਂ ਭਾਵ ਦਾਦਾ ਹੁੰਦਾ, ਇਹਨਾਂ ਤੇ ਸਮਝ ਲਈਏ। ਗੁਰੂ ਤੇਗ ਬਹਾਦਰ ਸਾਹਿਬ ਸੱਚੇ ਪਾਤਸ਼ਾਹ, ਗੁਰੂ ਹਰਗੋਬਿੰਦ ਸਾਹਿਬ ਸੱਚੇ ਪਾਤਸ਼ਾਹ ਜੀ ਦੇ ਸੁਪੁੱਤਰ ਹਨ, ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਛੋਟੇ ਪੁੱਤਰ ਗੁਰੂ ਹਰਕ੍ਰਿਸ਼ਨ ਸਾਹਿਬ ਜੀ ਨੇ। ਇਸ ਕਰਕੇ ਸਕੇ ਦਾਦੇ ਦਾ ਭਰਾ ਵੀ ਦਾਦਾ ਹੁੰਦਾ ਹੈ। ਗੁਰੂ ਹਰਕ੍ਰਿਸ਼ਨ ਸਾਹਿਬ ਜੀ ਦੇ ਬਾਬਾ ਗੁਰਦਿੱਤਾ ਜੀ ਦਾਦਾ ਨੇ, ਤੇ ਉਹ ਦਾਦੇ ਦੇ ਭਰਾ ਨੇ ਗੁਰੂ ਤੇਗ ਬਹਾਦਰ, ਤੇ ਗੁਰੂ ਹਰਗੋਬਿੰਦ ਸਾਹਿਬ ਜੀ ਦੇ ਸੁਪੁੱਤਰ ਨੇ। ਇਹ ਥੋੜਾ ਜਿਹਾ ਸਮਝ ਕੇ ਚੱਲਣਾ। ਤੇ ਗੁਰੂ ਹਰ ਰਾਏ ਸਾਹਿਬ ਜੀ ਦੇ ਜਿਹੜੇ ਵੱਡੇ ਪੁੱਤਰ ਹੈ, ਤੇ ਉਹ ਗੁਰੂ ਗੋਬਿੰਦ ਸਿੰਘ ਜੀ ਦੇ ਭਤੀਜੇ ਬਣ ਗਏ, ਥੱਲੇੋਂ ਲੜੀ ਦੂਸਰੀ ਜੁੜਦੀ ਜਿਹੜੀ, ਕਿਉਂਕਿ ਬਾਬਾ ਗੁਰਦਿੱਤਾ ਤੇ ਗੁਰੂ ਤੇਗ ਬਹਾਦਰ ਸਾਹਿਬ ਭਰਾ ਨੇ, ਤੇ ਉਹਨਾਂ ਦੇ ਜਿਹੜੇ ਪੁੱਤਰ ਨੇ ਗੁਰੂ ਹਰ ਰਾਏ ਸਾਹਿਬ ਜੀ ਤੇ ਗੁਰੂ ਗੋਬਿੰਦ ਸਿੰਘ ਆਪਸ ਵਿੱਚ ਚਾਚੇ ਤਾਏ ਦੇ ਪੁੱਤ ਭਰਾ ਲੱਗੇ, ਤੇ ਗੁਰੂ ਹਰ ਰਾਏ ਸਾਹਿਬ ਜੀ ਦਾ ਜਿਹੜਾ ਅਗਾਂਹ ਪੁੱਤਰ ਰਾਮ ਰਾਏ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਦਾ ਭਤੀਜਾ ਲੱਗ ਗਿਆ। ਅਸੀਂ ਆਪਣੇ ਇਤਿਹਾਸ ਦੀ, ਮੈਂ ਤਾਂ ਰੋਜ਼ਾਨਾ ਇਹ ਬੇਨਤੀ ਕਰਦਾ ਹਾਂ, ਜਿੰਨਾ ਚਿਰ ਇਤਿਹਾਸ ਦੇ ਪੱਲੇ ਅਸੀਂ ਕੋਈ ਜਾਣਕਾਰੀ ਨਹੀਂ ਹਾਸਲ ਕਰਦੇ, ਸਾਡੀ ਪਛਾਣ ਖਤਮ ਹੋ ਜਾਏਗੀ। ਅਸੀਂ ਦੁਨੀਆ ਨੂੰ ਮੂੰਹ ਵਿਖਾਉਣ ਦੇ ਕਾਬਿਲ ਨਹੀਂ ਹੋਵਾਂਗੇ ਜੇ ਇੰਟਰਨੈਸ਼ਨਲ ਟੀਵੀ ਤੇ ਇੰਨੀ ਵੱਡੀ ਹਾਈਐਸਟ TRP ਦੇ ਜਿਹੜੇ ਸ਼ੋਅ ਚੱਲਦੇ ਨੇ, ਉਹਨਾਂ 'ਚ ਸਾਡਾ ਨਰਾਦਰ ਹੋਵੇ, ਤੇ ਸਾਡਾ ਇੰਟਰਨੈਸ਼ਨਲ ਲੈਵਲ ਤੇ ਸਿਰ ਨੀਵਾਂ ਹੈ। ਸਾਨੂੰ ਇਹ ਸਮਝਣਾ ਪਵੇਗਾ। ਬਾਬਾ ਰਾਮ ਰਾਏ ਫਿਰ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਨੇ ਬਖਸ਼ ਲਿਆ। ਤੇ ਮੈਂ ਬੇਨਤੀ ਇਹ ਕਰ ਰਿਹਾ ਸਾਂ, ਇੱਕ ਪਾਸੇ ਆਖਦੇ ਹਾਂ ਤੇ ਸਜੇਵੜ ਅਵਰ ਨਾ ਕੋਏ, ਤੇਰੇ ਤੋਂ ਵੱਡਾ ਕੋਈ ਹੈ ਨਹੀਂ। ਉੱਥੇ ਅਸੀਂ ਬਾਣੀ ਨੂੰ ਨਿਰੰਕਾਰ ਮੰਨਦੇ ਹਾਂ, ਇਹ ਵੀ ਆਖਦੇ ਬਾਣੀ ਗੁਰੂ ਹੈ ਬਾਣੀ। ਫਿਰ ਨਰਾਦਰ ਕਰ ਲੱਗੇ ਵੀ ਨਹੀਂ ਸੋਚਦੇ, ਬੜਾ ਨਰਾਦਰ ਕਰਦੇ ਹਾਂ। ਅਸੀਂ ਬਾਣੀ ਦਾ ਆਦਰ ਕਰੀਏ, ਤੇ ਬਾਣੀ ਦੇ ਉਪਦੇਸ਼ ਦਾ ਆਦਰ ਐਉਂ ਨਹੀਂ ਸੋਨੇਦਾਰ ਮਾਲਾ ਚੜਾ ਦੋ ਕਢਾਈ ਦਾ, ਏਦਾਂ ਆਦਰ ਨਹੀਂ ਹੁੰਦਾ। ਆਦਰ ਹੁੰਦਾ ਹੈ ਉਸ ਦਾ ਸਤਕਾਰ, ਜੋ ਗੁਰ ਕਹਿਆ ਸੋ ਕਾਰ ਕਮਾਵੋ। ਜੋ ਗੁਰੂ ਨੇ ਕਹਿ ਦਿੱਤਾ ਉਸ ਨੂੰ ਮੰਨ ਲਿਆ, ਜੋ ਗੁਰੂ ਪਿਤਾ ਨੇ ਹੁਕਮ ਕਰ ਦਿੱਤਾ ਉਹ ਕਮਾ ਲਿਆ। ਫਿਰ ਬਾਪੂ ਦੀ ਵਡਿਆਈ ਹੁੰਦੀ ਹੈ। ਬਾਪੂ ਨੂੰ ਚੰਗਾ ਪੈਂਟ ਕੋਟ ਖਰੀਦ ਕੇ ਲੈ ਦਿਓ ਤੇ ਉਹਦੀ ਇੱਜ਼ਤ ਨਾ ਕਰੋ, ਉਹਨੂੰ ਜੋ ਚਾਹੀਦਾ ਦੇ ਦਿਓ, ਉਹਨੂੰ ਪੁੱਛ ਗਿੱਛ ਕੋਈ ਨਹੀਂ। ਉਹਨੂੰ ਕੋਈ ਪਾਣੀ ਫੜਾ ਕੇ ਫਿਰ ਚੱਲ ਜਾਂਦਾ, ਕਿਸੇ ਉਹਨੂੰ ਸਖਾਰਤ ਤੇ ਨਹੀਂ ਲਿਜਾਇਆ ਜਾਂਦਾ, ਉਹਦੀ ਗੱਲ ਪੁੱਛੀ ਨਹੀਂ ਜਾਂਦੀ, ਮੰਨੀ ਨਹੀਂ ਜਾਂਦੀ। ਬਾਪੂ ਨੇ ਫਿਰ ਇਹੋ ਕਹਿਣਾ, ਤੇਰੇ ਆ ਮਹਿੰਗੇ ਸੁਗਾਤਾਂ ਨੂੰ ਮੈਂ ਫੂਕਣਾ ਹੈ, ਜਦੋਂ ਬੱਚਾ ਮੇਰੀ ਤੂੰ ਗੱਲ ਹੀ ਮੰਨ ਕੇ ਰਾਜੀ ਨਹੀਂ। ਇਹ ਅਸੀਂ ਆਪਣੇ ਹਿਰਦੇ ਅੰਦਰ ਝਾਤੀ ਮਾਰ ਕੇ ਵੇਖਣੀ ਹੈ। ਵੱਧ ਤੋਂ ਵੱਧ ਬਾਣੀ ਦਾ ਸਤਿਕਾਰ ਕਰੀਏ। ਜੇ ਬਾਣੀ ਤੇ ਬਾਣਾ ਸਾਡੇ ਪੱਲੇ ਨਾ ਹੋਵੇ ਤੇ ਸਾਨੂੰ ਕਿਸੇ ਨੇ 10 ਰੁਪਏ ਨਹੀਂ ਦੇਣੇ, ਸਾਨੂੰ ਕਿਸੇ ਨੇ ਕੁਝ ਪੁੱਛਣਾ। ਸਾਡੇ ਪੱਲੇ ਜੇ ਤੁਸੀਂ ਇੱਜ਼ਤ ਕਰਦੇ ਹੋ ਤੇ ਬਾਣੀ ਤੇ ਬਾਣੇ ਦਾ ਕਰਕੇ ਸਾਡੀ ਇੱਜ਼ਤ ਹੈ। ਇਹ ਗੁਰਦੁਆਰੇ ਬਾਣੀ ਤੇ ਬਾਣੇ ਦਾ ਕਰਕੇ ਨੇ।
ਇੰਨੀ ਬੇਨਤੀ ਪ੍ਰਵਾਨ। ਹੁਣ ਮੈਂ ਤੇ ਜਜ਼ਬਾਤੀ ਹੋ ਕੇ ਭਾਵੁਕ ਹੋ ਕੇ ਤੁਹਾਡੇ ਨਾਲ ਗੱਲਾਂ ਸਾਂਝੀਆਂ ਕਰ ਲਈਆਂ ਨੇ। ਮੈਂ ਇਹ ਨਹੀਂ ਕਹਿੰਦਾ ਕਿ ਤੁਸੀਂ ਗੁਰਬਾਣੀ ਦਾ ਨਰਾਦਰ ਕਰਦੇ ਹੋ, ਪਰ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਬੜੀ ਥਾਂ ਤੇ ਵਾਪਰ ਗਏ ਨੇ। ਇਹ ਤਾਂ ਕਹਿਣੀ ਪੈਂਦੀ ਗੱਲ। ਬਹੁਤ ਜ਼ਿਆਦਾ ਗੁਰਬਾਣੀ ਦੀ, ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਕਾਂਡ ਸੈਂਕੜਿਆਂ ਦੀ ਗਿਣਤੀ ਦੇ ਵਿੱਚ ਸ਼ਾਮਲ ਹੋ ਗਏ ਨੇ। ਉਹ ਤਾਂ ਹੋਏ ਵੀ ਜਦੋਂ ਅਸੀਂ ਸਤਿਕਾਰ ਨਹੀਂ ਕਰਦੇ, ਤਾਂ ਕਰਕੇ ਸੋ ਬੇਨਤੀ ਪ੍ਰਵਾਨ ਕਰ ਲੈਣੀ ਕਿ ਆਪਾਂ ਬਾਣੀ ਤੇ ਬਾਣੀ ਦਾ ਸਤਿਕਾਰ ਕਰੀਏ, ਗੁਰੂ ਦੇ ਹੁਕਮ ਵਿੱਚ ਚੱਲੀਏ, ਗੁਰੂ ਦੇ ਡਰ ਭੈ ਵਿੱਚ ਜ਼ਿੰਦਗੀ ਬਤੀਤ ਕਰੀਏ। ਜਦੋਂ ਗੁਰੂ ਸਾਡਾ ਸੱਜਣ ਹੋ ਜਾਏਗਾ, ਫਿਰ ਸਾਨੂੰ ਕਿਸੇ ਦੀ ਪਰਵਾਹ ਕਰਨ ਦੀ ਲੋੜ ਨਹੀਂ। ਤੇ ਐਬਸਫੋਰਡ ਤੋਂ ਇੱਕ ਬਾਪੂ ਜੀ ਨੇ ਨਾਂ, ਉਹਨਾਂ ਨੇ ਵੀ ਗੁਪਤ ਰੱਖਿਆ। $150 ਉਹਨਾਂ ਨੇ ਭੇਜਿਆ। ਤਹਿ ਦਿਲੋਂ ਸ਼ੁਕਰਗੁਜ਼ਾਰ ਤੇ ਧੰਨਵਾਦੀ ਹਾਂ। ਵਿਨੀਪੈਗ ਤੋਂ ਇੱਕ ਸਤਿਕਾਰਯੋਗ ਮਾਤਾ ਜੀ ਨੇ ਨਾਂ, ਉਹਨਾਂ ਵੀ ਗੁਪਤ ਰੱਖਿਆ, ਬੱਚਾ ਨਾਮ ਨਹੀਂ ਲੈਣਾ। ਇੱਕ ਤੇ ਉਹਨਾਂ ਦੀ ਅਰਦਾਸ ਉਹਨਾਂ $1000 ਅਕਾਊਂਟ ਵਿੱਚ ਭੇਜਿਆ ਹੈ। ਤੇ ਇਹ ਹੈ ਇੱਕ ਤੇ ਉਹਨਾਂ ਦੀ ਹਾਜ਼ਰੀ ਵੀ ਲੱਗਦੀ ਹੈ। ਤੇ ਇਹ ਸਾਡਾ ਦੱਸਣਾ ਬਣਦਾ ਵੀ ਸਾਨੂੰ ਕਿਸੇ ਨੇ ਸੇਵਾ ਭੇਜੀ ਹੈ ਤੇ ਉਹਦਾ ਧੰਨਵਾਦ ਹੈ। ਨਾ ਧੰਨਵਾਦ ਕਰਾਂਗੇ ਤੇ ਨਿਸ਼ੁਕਰੇ ਅਖਵਾਵਾਂਗੇ, ਅਕਿਰਤ ਕਣ ਅਖਵਾਵਾਂਗੇ, ਤੇ ਦੂਜਿਆਂ ਨੂੰ ਵੀ ਪ੍ਰੇਰਣਾ ਮਿਲਦੀ ਵੀ ਹੋਰ ਵੀ ਸੇਵਾ 'ਚ ਕੋਈ ਹਿੱਸਾ ਪਾ ਲਵੇ। ਇਹ ਉਹਨਾਂ ਦੀ ਅਰਦਾਸ, ਜਿਨ੍ਹਾਂ ਤੁਸੀਂ ਸਾਰੇ ਮਾਇਆ ਅਰਦਾਸ ਕਰਾਉਂਦੇ ਹੋ। ਇਤਿਹਾਸ ਬੜੇ ਪ੍ਰੇਮ ਨਾਲ ਘਰਾਂ 'ਚ ਬੈਠ ਕੇ ਸੁਣਦੇ ਹੋ, ਪਿਆਰ ਭੇਜਦੇ ਹੋ, ਫੋਨ ਕਰਦੇ ਹੋ। ਸਤਿਗੁਰੂ ਤੁਹਾਨੂੰ ਚੜ੍ਹਦੀਆਂ ਕਲਾਂ ਬਖਸ਼ਿਸ਼ ਕਰਨ, ਤੰਦਰੁਸਤੀਆਂ ਬਖਸ਼ਿਸ਼ ਕਰਨ, ਕਾਰੋਬਾਰਾਂ ਵਿੱਚ ਵਾਧੇ ਬਖਸ਼ਿਸ਼ ਕਰਨ। ਆਖਿਓ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ, ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਭਾਈ ਤਾਰੂ ਸਿੰਘ ਸਾਹਿਬ ਜੀ ਦੀ ਸ਼ਹਾਦਤ ਦਾ ਪ੍ਰਸੰਗ ਸਮਾਪਤੀ ਤੇ ਪਹੁੰਚ ਚੁੱਕਾ ਸੀ। ਇੱਕ ਅਧਿਆਏ ਜਿਹੜੀ ਮੈਂ ਗੱਲ 1740 ਦੇ ਵਿੱਚ ਮੱਸਾ ਰੰਗੜ ਨੂੰ ਮਾਰਨ ਤੇ ਆਰੰਭ ਕੀਤੀ ਹੋਈ ਸੀ। ਮੱਸਾ ਰੰਗੜ ਵੱਢਿਆ ਗਿਆ ਮੱਸੇ ਦਾ ਬਦਲਾ ਲੈਣ ਵਾਸਤੇ। ਮੀਰਾਕੋਟ ਨੂੰ ਘੇਰਾ ਵੀ ਪੈ ਗਿਆ। ਚੌਧਰੀ ਨੱਥਾ ਖਹਿਰਾ ਵੀ ਸ਼ਹਾਦਤ ਦਾ ਜਾਮ ਪੀ ਗਿਆ। ਇੱਕ ਇਹ ਅਧਿਆਏ ਚੱਲ ਰਿਹਾ ਸੀ। ਤੇ 3 ਸਾਲਾਂ ਦੇ ਇਤਿਹਾਸ ਦੌਰਾਨ 1742, 43, 44 ਤੱਕ ਇੱਕ ਹੋਰ ਅਧਿਆਏ ਨਾਲ ਜੁੜਦਾ ਸੀ। ਤੇ ਮੈਂ ਭਾਈ ਤਾਰੂ ਸਿੰਘ ਸਾਹਿਬ ਨੂੰ ਆਰੰਭ ਕਰ ਚੁੱਕਾ ਸਾਂ। ਇਸ ਕਰਕੇ ਚਾਹੁੰਦਾ ਸਾਂ ਕਿ ਵਿੱਚੋਂ ਲੜੀ ਨਾ ਜੋ ਤੋੜ ਕੇ ਦੂਸਰੇ ਪੱਖ 'ਚ ਨਾ ਜਾਇਆ ਜਾਵੇ। ਪਹਿਲੋਂ ਇੱਕ ਅਧਿਆਏ ਨੂੰ ਰੋਕ ਕੇ ਇੱਕ ਅਧਿਆਏ ਪੂਰਾ ਕਰ ਲਿਆ ਜਾਵੇ ਤੇ ਦੁਬਾਰਾ ਉਸ ਨੂੰ ਪਿੱਛੋਂ ਹੀ ਲੈ ਲਿਆ ਜਾਵੇਗਾ। ਕਿਉਂਕਿ ਦੋਵਾਂ ਦਾ ਰਲ ਗੱਡਣਾ ਹੋਵੇ। ਮੈਨੂੰ ਇੱਕ ਦਿਨ ਮਹਿਤਾਬ ਸਿੰਘ ਦੀ ਗੱਲ ਕਰਾਂ, ਅਗਲੇ ਦਿਨ ਫਿਰ ਮੈਂ ਭਾਈ ਤਾਰੂ ਸਿੰਘ ਦੀ ਗੱਲ ਕਰਾਂ। ਇਸ ਕਰਕੇ ਦੋਵੇਂ ਅਧਿਆਏ ਦੀ ਵੰਡ ਕਰਕੇ ਤੁਹਾਡੇ ਨਾਲ ਤੁਰਿਆ ਸਾਂ ਔਰ ਆਪ ਜੀ ਨੇ ਅਸੀਸਾਂ ਬਖਸ਼ਿਸ਼ ਕੀਤੀਆਂ ਨੇ। ਧੰਨਵਾਦ ਹੈ। ਭਾਈ ਤਾਰੂ ਸਿੰਘ ਸਾਹਿਬ ਜੀ ਦੀ 9 ਜੂਨ 1745 ਈਸਵੀ ਨੂੰ ਉਹਨਾਂ ਦਾ ਖੋਪਰ ਉਤਾਰ ਦਿੱਤਾ ਜਾਂਦਾ ਹੈ। ਤੇ 8 ਜੂਨ ਨੂੰ ਇੱਕ ਹੋਰ ਬੜੇ ਵੱਡੇ ਮਰਦ ਦੀ ਗ੍ਰਿਫਤਾਰੀ ਹੋ ਜਾਂਦੀ ਹੈ। ਇੱਕ ਹੋਰ ਹੈ ਸਰਦਾਰ ਜਿਹੜਾ 18 ਜੂਨ 1745 ਈਸਵੀ ਨੂੰ ਜਦੋਂ ਭਾਈ ਤਾਰੂ ਸਿੰਘ ਸਾਹਿਬ ਜੀ ਉਹ ਤਰਖਾਣਾ ਦੀ ਧਰਮਸ਼ਾਲਾ ਵਿੱਚ ਬੈਠ ਕੇ ਜਦੋਂ ਉਦੋਂ ਖੋਪਰੀ ਉਤਰ ਚੁੱਕੀ ਸੀ ਤੇ ਅਜੇ ਉਹਨਾਂ ਨੇ ਉਡੀਕ ਕਰਨੀ ਸੀ ਕਿ ਜ਼ਕਰੀਆ ਖਾਨ ਨੂੰ ਜੁੱਤੀ ਅੱਗੇ ਲਾ ਕੇ ਤੋਰਨਾ, ਅਜੇ ਉਹ ਮੰਜੇ ਤੇ ਬਿਰਾਜਮਾਨ ਸਨ। ਉਦੋਂ ਸ਼ਹਾਦਤ ਦਾ ਜਾਮ ਪੀ ਗਿਆ। ਉਹਦਾ ਨਾਂ ਸਰਦਾਰ ਸੁੱਖਾ ਸਿੰਘ। ਸੁੱਖਾ ਸਿੰਘ ਇਤਿਹਾਸ ਵਿੱਚ ਬੜੇ ਬੜੇ ਉੱਚੇ ਕਿਰਦਾਰ ਦੇ ਇੱਕ ਸੁੱਖਾ ਸਿੰਘ ਨਹੀਂ, ਬਹੁਤ ਸੁੱਖਾ ਸਿੰਘ ਹੋਏ ਨੇ। ਇੱਕ ਸੁੱਖਾ ਸਿੰਘ ਉਹ ਹੈ ਜਿਹੜਾ ਸਰਦਾਰ ਮਹਿਤਾਬ ਸਿੰਘ ਮੀਰਾਂਕੋਟ ਦੇ ਨਾਲ ਮਿਲ ਕੇ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਕੇ ਗਿਆ। ਇਸ ਸੁੱਖਾ ਸਿੰਘ ਦੀ ਵਾਰਤਾ ਇਸ ਅਧਿਆਇ ਦੀ ਸਮਾਪਤੀ ਤੋਂ ਬਾਅਦ ਮੈਂ ਆਰੰਭ ਕਰਨੀ ਹੈ। ਤੇ ਉਹਦਾ ਵੀ ਆਪਾਂ ਕੱਲਾ ਕੱਲਾ ਪੱਖ ਵੇਖਣ ਦਾ ਯਤਨ ਕਰਾਂਗੇ ਵੀ ਉਸ ਬਹਾਦਰ ਯੋਧੇ ਦੀ ਜ਼ਿੰਦਗੀ ਕਿਵੇਂ ਬਤੀਤ ਹੋਈ ਹੈ, ਉਹਦਾ ਕੀ ਕੀ ਯੋਗਦਾਨ ਰਿਹਾ ਮੱਸਾ ਰੰਗੜ ਨੂੰ ਵੱਢਣ ਤੋਂ ਬਾਅਦ ਵੀ। ਤੇ ਜਿਹੜਾ ਭਾਈ ਮਹਿਤਾਬ ਸਿੰਘ ਤੇ ਤਾਰੂ ਸਿੰਘ ਦੇ ਗ੍ਰਿਫਤਾਰ ਹੁੰਦਿਆਂ ਸ਼ਹੀਦ ਹੋਇਆ ਹੈ, ਉਹਦਾ ਨਾਮ ਹੀ ਸੁੱਖਾ ਸਿੰਘ ਹੈ। ਤੇ ਸਵੱਬ ਵਸ ਉਹ ਵੀ ਤਰਖਾਣ ਜਾਤੀ ਦੇ ਵਿੱਚੋਂ ਹੈ। ਇਹ ਮੈਂ ਬੇਨਤੀ ਤਾਂ ਕਰ ਲੱਗਾ, ਬਹੁਤਿਆਂ ਨੇ ਇਹ ਲਿਖ ਦਿੱਤਾ ਕਿ ਮਹਿਤਾਬ ਸਿੰਘ ਤੇ ਸੁੱਖਾ ਸਿੰਘ ਦੀ ਯਾਰੀ ਰਹੀ ਹੈ। ਇਹ ਦੋਵੇਂ ਗ੍ਰਿਫਤਾਰ ਹੋ ਗਏ ਤੇ ਦੋਵੇਂ ਸ਼ਹੀਦ ਹੋ ਗਏ ਤੇ ਦੋਵਾਂ ਦਾ ਸੰਸਕਾਰ ਇੱਕ ਥਾਂ ਤੇ ਕੀਤਾ ਗਿਆ। ਇਹ ਗੱਲ ਸੱਚ ਹੈ। ਸੁੱਖਾ ਸਿੰਘ ਮਹਿਤਾਬ ਸਿੰਘ ਗ੍ਰਿਫਤਾਰ ਹੋਏ ਨੇ, ਦੋਵੇਂ ਸ਼ਹੀਦ ਹੋ ਗਏ ਨੇ, ਪਰ ਦੋਵਾਂ ਨੇ ਮੱਸੇ ਰੰਗੜ ਦਾ ਸਿਰ ਵੱਢਿਆ ਹੈ। ਪਰ ਜਿਹੜਾ ਸ਼ਹੀਦ ਹੋ ਰਿਹਾ ਹੈ ਇਸ ਜੂਨ ਮਹੀਨੇ 18 ਤਰੀਕ ਨੂੰ ਮਹਿਤਾਬ ਸਿੰਘ ਦੇ ਨਾਲ, ਇਹ ਸੁੱਖਾ ਸਿੰਘ ਹੋਰ ਹੈ। ਇਹ ਨਾ ਸਮਝਣਾ, ਤਰਖਾਣ ਜਾਤੀ ਦੇ ਵਿੱਚੋਂ ਹੀ ਹੈ। ਇਹਦੇ ਪਿਤਾ ਦਾ ਨਾਮ ਸਰਦਾਰ ਜੈ ਸਿੰਘ ਹੈ, ਮਾਤਾ ਦਾ ਨਾਮ ਸਰੋਜ ਕੌਰ ਹੈ। ਤੇ 13 ਫਰਵਰੀ 1713 ਨੂੰ ਇਹਦਾ ਜਨਮ ਹੈ। ਤੇ ਦੂਜਾ ਸੁੱਖਾ ਸਿੰਘ ਜਿਹੜਾ ਮਾੜੀ ਕੰਬੋਕੀ ਵਾਲਾ ਹੈ, ਉਹਦੀ ਵਾਰਤਾ ਮੈਂ ਅਧਿਆਇ ਦੀ ਸਮਾਪਤੀ ਤੋਂ ਬਾਅਦ ਸਾਂਝੀ ਕਰਾਂਗਾ। ਇੰਨੀ ਮੇਰੀ ਬੇਨਤੀ ਪ੍ਰਵਾਨ ਕਰਕੇ ਇਸ ਸੁੱਖਾ ਸਿੰਘ ਦੀ ਜਾਣਕਾਰੀ ਇੰਨੀ ਕੁ ਪ੍ਰਵਾਨ ਕਰਨੀ। ਹੁਣ ਆ ਜਾਈਏ ਇਧਰੋਂ ਭਾਈ ਮਹਿਤਾਬ ਸਿੰਘ। ਭਾਈ ਮਹਿਤਾਬ ਸਿੰਘ ਮੱਸਾ ਰੰਗੜ ਦਾ ਸਿਰ ਵੱਢ ਕੇ ਲੈ ਗਏ, ਆਪ ਬੀਕਾਨੇਰ ਚਲੇ ਗਏ। ਪਿੱਛੋਂ ਨੂਰਦੀਨ ਜੰਡਿਆਲੀਏ ਤੇ ਮੰਡਿਆਲੀਏ ਲੈ ਕੇ ਮੀਰਾਕੋਟ ਨੂੰ ਘੇਰਾ ਪਾਇਆ। ਨੱਥਾ ਚੌਧਰੀ ਸ਼ਹਾਦਤ ਦਾ ਜਾਮ ਪੀ ਗਿਆ। ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰ ਚੁੱਕਾ ਹਾਂ।
ਜਦੋਂ ਇਹ ਕਹਾਣੀ ਸਾਰੀ ਵਾਪਰ ਗਈ, ਰਾਏ ਸਿੰਘ ਨੂੰ ਸੱਟਾਂ ਲਾਈਆਂ। ਜਿਹੜਾ ਮਹਿਤਾਬ ਸਿੰਘ ਦੇ ਪਿਤਾ ਦਾ ਨਾਮ ਹੈ ਸਰਦਾਰ ਹਰਾ ਸਿੰਘ ਦੇ ਪਿਤਾ ਦਾ ਨਾਮ ਹੈ ਭਾਈ ਹਰਦਿਆਲ ਸਿੰਘ, ਜਿਨ੍ਹਾਂ ਨੇ ਗੁਰੂ ਗੋਬਿੰਦ ਸਿੰਘ ਪਾਤਸ਼ਾਹ ਜੀ ਤੋਂ ਹੱਥੀਂ ਅੰਮ੍ਰਿਤ ਛਕਿਆ। ਇਹ ਉਹੀ ਸਰਦਾਰ ਮਹਿਤਾਬ ਸਿੰਘ ਹੈ ਜਿਹਦਾ ਪੁੱਤਰ ਰਾਏ ਸਿੰਘ ਦਾ ਪੁੱਤਰ ਹੋਇਆ ਰਤਨ ਸਿੰਘ ਭੰਗੂ, ਤੇ ਇਹਨਾਂ ਦੇ ਖਾਨਦਾਨ ਵਿੱਚ ਬਾਅਦ ਵਿੱਚ ਅਗਾਂਹ ਜਾ ਕੇ ਜੋਧਾ ਜਰਨੈਲ ਪੈਦਾ ਹੋਇਆ, ਜਿਹਨੂੰ ਤੁਸੀਂ ਚੰਗੀ ਤਰ੍ਹਾਂ ਜਾਣਦੇ ਹੋ, ਜਨਰਲ ਸ਼ੁਬੇਗ ਸਿੰਘ, ਜਿਹੜਾ 1984 ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦਾ। ਇਹ ਉਸ ਖਾਨਦਾਨ ਦੇ ਨਾਲ ਤਾਲੁਕ ਰੱਖਦੇ ਨੇ। ਅੱਗੇ ਚੱਲਾਂ, ਸਰਦਾਰ ਮਹਿਤਾਬ ਸਿੰਘ ਭੰਗੂ ਉਹ ਉਸ ਵੇਲੇ ਬੀਕਾਨੇਰ ਦੇ ਜੰਗਲਾਂ 'ਚ ਹੈ। ਇੱਕ ਸਰਦਾਰ ਜੋਧ ਸਿੰਘ ਹੈ, ਉਹਦਾ ਪਿਛਲਾ ਪਿੰਡ ਹੈ ਸੁਰ ਸਿੰਘ। ਉਹਦੇ ਨਾਨਕੇ ਆ ਮੀਰਾਂਕੋਟ ਨੇ, ਤਾਂ ਸਾਰੀ ਕਹਾਣੀ ਦਾ ਪਤਾ ਲੱਗ ਗਿਆ। ਤਾਰੂ ਸਿੰਘ ਗ੍ਰਿਫਤਾਰ ਹੋ ਗਿਆ ਹੈ, ਸੁੱਖਾ ਸਿੰਘ ਗ੍ਰਿਫਤਾਰ ਹੋ ਗਿਆ ਹੈ, ਦੀਦਾਰ ਸਿੰਘ ਗ੍ਰਿਫਤਾਰ ਹੋ ਗਿਆ ਹੈ। ਭਾਈ ਤਾਰੂ ਸਿੰਘ ਦੇ ਨਾਲ ਹੋਰ ਸਿੰਘ ਨੇ ਜਿਹੜੇ ਉਹ ਜੇਲ੍ਹ ਵਿੱਚ ਬੰਦ ਨੇ। ਇਧਰੋਂ ਇਹਨੂੰ ਪਤਾ ਲੱਗ ਗਿਆ ਨੱਥਾ ਖਹਿਰਾ ਆਪਣੇ ਪੁੱਤ ਤੇ ਸਾਥੀਆਂ ਦੇ ਨਾਲ ਪੱਗ ਦੀ ਲਾਜ ਪਾਲਦਾ ਸ਼ਹੀਦ ਹੋ ਗਿਆ ਹੈ। ਰਾਏ ਸਿੰਘ ਨੂੰ ਫੱਟ ਲੱਗੇ ਨੇ, ਤੋਂ ਰਟਿਆਲੇ ਪਿੰਡ ਉਹ ਆਪਣੇ ਤਾਏ ਦੇ ਕੋਲ ਉੱਥੇ ਉਹਦਾ ਇਲਾਜ ਚੱਲ ਰਿਹਾ ਹੈ। ਇਧਰੋਂ ਜਿਹੜੀ ਸਰਦਾਰਨੀ ਹੈ ਨਾ ਮਹਿਤਾਬ ਸਿੰਘ ਦੀ ਪਤਨੀ, ਇਹ ਉਦਾਸੀ ਮਹੰਤ ਹੈ, ਉਹਦਾ ਨਾਮ ਮਾਈ ਦਾਸ, ਉਹ ਪੰਡੋਰੀ ਰਣ ਸਿੰਘ ਵਿਖੇ ਰਹਿ ਰਹੀ ਹੈ। ਰਣ ਸਿੰਘ ਪਿੰਡ ਇੱਕ ਹੈ, ਦੂਸਰਾ ਪਿੰਡ ਸਖੀਰਾ ਹੈ। ਉਹਨੇ ਦੋਵਾਂ ਹੀ ਪਿੰਡਾਂ ਦੇ ਵਿੱਚ ਫਿਰ ਕੇ ਜਰਵਾਣਿਆਂ ਤੋਂ ਬਚ ਕੇ ਆਪਣਾ ਦਿਨ ਟਪਾਉਣ ਦਾ ਯਤਨ ਕੀਤਾ। ਉਹਨੇ ਸਮਾਂ ਇੱਥੇ ਆਪਣਾ ਬਤੀਤ ਕੀਤਾ ਹੈ। ਇਹ ਸਾਰੀਆਂ ਖਬਰਾਂ ਇੱਕ ਸਿੰਘ ਉਹ ਬੀਕਾਨੇਰ ਦੇ ਜੰਗਲਾਂ ਵਿੱਚ ਪਹੁੰਚਾ, ਜਾ ਕੇ ਬੀਕਾਨੇਰ ਪਹੁੰਚਾ ਹੈ, ਉੱਥੇ ਜਥੇਦਾਰ ਨੂੰ ਲੱਭਦਾ ਚਲੇ ਗਿਆ, ਫਤਿਹ ਬੁਲਾਈ। ਉਹਨੇ ਆਖਿਆ ਮੈਂ ਆਇਆ ਹਾਂ ਸੁਰ ਸਿੰਘ ਤੋਂ, ਮੇਰਾ ਨਾਮ ਜੋਧ ਸਿੰਘ ਹੈ, ਮੈਂ ਸਰਦਾਰ ਮਹਿਤਾਬ ਸਿੰਘ ਨੂੰ ਮਿਲਣਾ ਚਾਹੁੰਦਾ। ਸਰਦਾਰ ਕਿੱਥੇ ਆ? ਉਹਨੇ ਸਰਦਾਰ ਆਹ ਖੜਾ ਜਿਹੜਾ ਘੋੜੇ ਨੂੰ ਖਰਕਣਾ ਕਰਦਾ ਹੈ, ਉਹ ਮਹਿਤਾਬ ਸਿੰਘ ਹੀ। ਕਿਉਂਕਿ ਕਦੇ ਛੋਟੇ ਹੁੰਦੇ ਇਕੱਠੇ ਖੇਡਦੇ ਸਨ, ਕਿਉਂਕਿ ਨਾਨਕੇ ਪਿੰਡ ਸੀ, ਤੇ ਨਾਨਕੇ ਪਿੰਡ ਗਿਆ ਤੇ ਚੰਗਿਆਂ ਦੇ ਨਾਲ ਯਾਰੀ ਹੋ ਜਾਂਦੀ। ਹਾਨ ਪ੍ਰਵਾਨ ਸੀਗੇ ਬੱਚੇ ਤੇ ਖੇਡਦੇ, ਤੇ ਹੁਣ ਦਾੜੀਆਂ ਆ ਗਈਆਂ ਨੇ, ਸੂਰਬੀਰਾਂ ਨੇ ਕਾਰਨਾਮੇ ਵੱਡੇ ਸਿਰਜ ਦਿੱਤੇ ਨੇ, ਤੇ ਪਛਾਣ ਨਹੀਂ ਸੀ ਨਾ ਆਉਣੀ। ਇਸ ਕਰਕੇ ਪੁੱਛਣ ਵਾਲੇ ਨੇ ਅੱਗੋਂ ਦੱਸਿਆ ਵੀ ਉਹ ਘੋੜੇ ਨੂੰ ਖਰਕਣਾ ਕਰਦਾ ਪਿਆ ਉਹ ਸਰਦਾਰ ਮਹਿਤਾਬ ਸਿੰਘ ਭੰਗੂ ਸਰਦਾਰਾਂ ਦਾ ਪੁੱਤਰ ਮੀਰਾਂਕੋਟ ਦਾ ਹੈ। ਉਹਨੇ ਆਣ ਕੇ ਘੁੱਟ ਕੇ ਗਲਵੱਕੜੀ ਪਾ ਕੇ ਮਿਲਿਆ ਤੇ ਗੱਲਾਂ ਐਂ ਕਰਦਾ ਜੀ।
ਜੇਕਰ ਮਰਦਾਂ ਦਾ ਇਤਿਹਾਸ ਪੜ੍ਹੀਏ ਤੇ ਪਤਾ ਲੱਗਦਾ ਹੈ ਜਿਨ੍ਹਾਂ ਨੇ ਇਹ ਗੱਲ ਕਮਾ ਲਈ ਹੋਵੇ, ਯਾਰੀ ਪਰਖੀਏ ਯਾਰਾਂ ਦੀ, ਜਦੋਂ ਮਾਰ ਪਵੇ ਤਲਵਾਰਾਂ ਦੀ ਛਾਂ ਹੇਠ ਵੀ ਪੱਗਾਂ ਵਟਾ ਕੇ ਯਾਰੀਆਂ ਨਿਭਾਈਆਂ ਨੇ। ਹੋਵੇ ਕਿਤੇ ਬਚਪਨ ਦੀ ਯਾਰੀ ਜਾਂ ਥੋੜੀ ਬਹੁਤ ਸਾਂਝ, ਤੇ ਮਰਦਾਂ ਨੇ ਆਪਣੇ ਉਸ ਪਿਆਰ ਦੀ ਲੱਜ ਪਾਲਦਿਆਂ ਜਾਨਾਂ ਤੱਕ ਕੁਰਬਾਨ ਕੀਤੀਆਂ ਨੇ। ਚੌਧਰੀ ਨੱਥਾ ਖਹਿਰਾ ਸਰਦਾਰ ਮਹਿਤਾਬ ਸਿੰਘ ਭੰਗੂ ਸਰਦਾਰ ਦਾ ਪੱਗ ਵੱਟ ਭਰਾ ਹੈ। ਜੋਧ ਸਿੰਘ ਗਲੇ ਲੱਗ ਕੇ ਮਿਲਿਆ, ਆਪਣੀ ਪਛਾਣ ਦਿੱਤੀ। ਜਦੋਂ ਇੱਕ ਦੂਜੇ ਦੀਆਂ ਹਰਕਤਾਂ ਤੋਂ ਮਹਿਸੂਸ ਹੋਇਆ ਨਾ, ਤੇ ਘੁੱਟ ਕੇ ਗਲਵੱਕੜੀ ਪਾ ਕੇ ਮਿਲਿਆ। ਸਰਦਾਰ ਨੇ ਆਖਿਆ ਏ, ਵੀਰ ਜੀ ਕਿਵੇਂ ਆਏ ਹੋ, ਏਡੀ ਦੂਰ ਕਿਵੇਂ ਲੱਭਣ ਵਾਸਤੇ ਆਏ ਹੋ, ਕੀ ਕਾਰਨ ਹੈ ਤੁਹਾਡਾ ਆਉਣ ਦਾ, ਕਿ ਦਲ ਖਾਲਸੇ ਵਿੱਚ ਭਰਤੀ ਹੋਣਾ? ਕਹਿੰਦੇ ਮੈਂ ਭਰਤੀ ਹੋਣ ਵਾਸਤੇ ਨਹੀਂ ਆਇਆ, ਮੈਨੂੰ ਜੋ ਇਲਾਕੇ ਦੀਆਂ ਖਬਰਾਂ ਮਿਲੀਆਂ ਮੈਂ ਉਹ ਤੇਰੇ ਤੱਕ ਪਹੁੰਚਾਉਣ ਵਾਸਤੇ ਆ ਗਿਆ। ਮਸੇ ਰੰਗਣ ਨੂੰ ਵੱਢ ਕੇ ਤੁਸੀਂ ਉਹਦਾ ਸਿਰ ਬੀਕਾਨੇਰ ਦੀ ਧਰਤੀ ਤੇ ਲੈ ਆਏ, ਪਰ ਪਿੱਛੋਂ ਤੁਹਾਡਾ ਪੱਗਵਾਟੀ ਯਾਰ ਪੱਗ ਦੀ ਲਾਜ ਪਾਲਦਾ ਪੱਗ ਦਾ ਮੁੱਲ ਤਾਰ ਗਿਆ। ਤੂੰ ਬਾਹ ਫੜਾ ਕੇ ਆਇਆ ਸਭ ਪਰਿਵਾਰ ਦੀ ਜ਼ਿੰਮੇਵਾਰੀ। ਨਥਿਆ ਮੇਰੇ ਪਰਿਵਾਰ ਤੇ ਆਂਚ ਨਹੀਂ ਆਉਣੀ ਚਾਹੀਦੀ। ਬਸ ਉਸ ਮਰਦ ਨੇ ਆਪਣੀ ਜ਼ਬਾਨ ਦੀ ਕੀਮਤ ਅਦਾ ਕਰਦਿਆਂ ਆਪਣੀ ਜਾਨ ਕੁਰਬਾਨ ਕਰ ਦਿੱਤੀ ਹੈ। ਸਾਰੇ ਉਹ ਸ਼ਹੀਦ ਹੋ ਗਏ ਤੇ ਹੁਣ ਰਾਏ ਸਿੰਘ ਨੂੰ ਬੜੇ ਗਹਿਰੇ ਫੱਟ ਲੱਗੇ ਸਨ, ਪਰ ਸਾਹਿਬ ਜੀ ਦਾ ਵਤਨ ਹੈ, ਜਿਸ ਦਾ ਸਾਹਿਬ ਡਾਢਾ ਹੋਏ ਤਿਸ ਨੂੰ ਮਾਰ ਨਾ ਸਕੇ ਕੋਈ। ਵੀ ਜਿਹਦਾ ਸਾਹਿਬ ਵੱਲ ਹੋਵੇ, ਸਾਹਿਬ ਰਾਖਾ ਹੋਵੇ, ਉਸ ਨੂੰ ਕੌਣ ਮਾਰ ਸਕਦਾ ਹੈ? ਪਿੰਡ ਦਾ ਨਾਮ ਮੈਂ ਪਹਿਲਾਂ ਵੀ ਬੇਨਤੀ ਕੀਤੀ, ਰੁਟਿਆਲਾ ਸ਼ਬਦ ਹੀ ਆਇਆ, ਰੁਟਾਲਾ ਸ਼ਬਦ ਹੀ ਆਇਆ, ਰੁਟੇਲੇ ਸ਼ਬਦ ਵੀ ਆਇਆ। ਪਿੰਡ ਦਾ ਨਾਮ ਰੁਟਿਆਲਾ ਹੀ ਹੈ। ਉਸ ਪਿੰਡ ਦੇ ਵਿੱਚ ਉਹਦਾ ਇਲਾਜ ਚੱਲ ਰਿਹਾ ਤੇ ਤੁਹਾਡੇ ਭਰਾ ਭਰਜਾਈ ਦੇ ਕੋਲ ਉਹ, ਕਿਉਂਕਿ ਮੀਰਾਂਕੋਟ ਦੇ ਲਾਗੇ ਹੀ ਉਹ ਪਿੰਡ ਹੈ। ਤਾਰੂ ਸਿੰਘ ਗ੍ਰਿਫਤਾਰ ਹੋ ਚੁੱਕਾ ਹੈ। ਬਾਕੀ ਹੋਰ ਸਿੱਖਾਂ ਦੀ ਗ੍ਰਿਫਤਾਰੀ ਦੀ ਜਾਣਕਾਰੀ ਦਿੱਤੀ। ਮਰਦ ਦੇ ਖੂਨ ਨੇ ਉਬਾਲਾ ਖਾਦਾ ਵੀ ਜੇਕਰ ਤੂੰ ਇੰਨੀ ਦੂਰੀ ਤੇ ਮੰਜ਼ਲਾ ਮਾਰਦਾ ਚੱਲ ਕੇ ਆ ਗਿਆ ਤੇ ਇਸ ਦਾ ਮੁੱਲ ਤੇ ਮੈਨੂੰ ਵੀ ਪਾਉਣਾ ਚਾਹੀਦਾ ਕਿ ਜੇਕਰ ਮੇਰੇ ਮਗਰੋਂ ਇਹਨਾਂ ਕੁਝ ਵਾਪਰ ਗਿਆ ਤੇ ਮੈਨੂੰ ਵਾਪਸ ਮੁੜ ਜਾਣਾ ਚਾਹੀਦਾ। ਸਰਦਾਰ ਮਹਿਤਾਬ ਸਿੰਘ ਇਹ ਸਾਰੇ ਇਲਾਕੇ ਦੀਆਂ ਆਪਣੀਆਂ ਗੱਲਾਂ ਸੁਣ ਲਈਆਂ। ਇਤਿਹਾਸ ਨੇ ਅਗਰ ਨੈਟ ਤੇ ਸਰਚ ਕਰੋ ਨਾ, ਵੈਸੇ ਗੂਗਲ ਬਾਬਾ ਜੀ ਸਾਰਾ ਕੁਝ ਸੱਚ ਨਹੀਂ ਜੇ ਬੋਲਦੇ, ਇਹਨਾਂ ਵੀ ਜ਼ਰੂਰ ਧਿਆਨ ਰੱਖਣਾ, ਬੜਾ ਇਹਦਾ ਸਿਆਪਾ ਪਾਇਆ ਹੋਇਆ ਹੈ। ਹਰ ਗੱਲ ਜਿਹੜੀ ਅਸੀਂ ਲਾਇਬ੍ਰੇਰੀਆਂ ਜਾਂ ਯੂਨੀਵਰਸਿਟੀਆਂ ਦੇ ਪੁਰਾਣੇ ਗ੍ਰੰਥਾਂ ਨਾਲ ਧੱਕੇ ਖਾ ਕੇ ਜਿਹੜੀ ਮੱਥਾਮਾਰੀ ਕਰਕੇ ਤੁਹਾਡੇ ਨਾਲ ਆਏ ਆ, ਕੋਈ ਕੱਲ ਦਾ ਬੱਚਾ, ਮੁਆਫ ਕਰਨਾ ਮੈਨੂੰ ਇਹ ਸ਼ਬਦ ਵਰਤਨੇ ਪੈਂਦੇ ਨੇ ਵੀ ਪਹਿਲਾਂ ਉਹਨੇ ਵੀ ਚਲੋ ਖੈਰ ਰਹਿਣ ਦੀ ਪੱਖ ਢੱਕਿਆ ਹੀ ਚੰਗਾ ਹੈ, ਆਣ ਕੇ ਸਵਾਲ ਕਰਦੇ ਜੀ ਉੱਥੇ ਤੇ ਆਹ ਕੁਝ ਲਿਖਿਆ ਹੈ, ਉਹ ਨੈਟ ਬਾਬੇ ਤੋਂ ਕੁਝ ਥੋੜਾ ਜਿਹਾ ਗਾਂ ਵੀ ਵੱਧ ਜੋ ਕਿਸੇ ਕਿਤਾਬ ਨੂੰ ਹੱਥ ਪੱਲਾ ਮਾਰ ਲਓ। ਮੈਂ ਤਾਂ ਪਹਿਲਾਂ ਬੇਨਤੀ ਕਰ ਰਿਹਾ ਕਿ ਜਦੋਂ ਦੁਨੀਆ ਤੁਹਾਨੂੰ ਪੁੱਛਦੀ ਹੈ ਨਾ, ਮੁੱਛਾਂ ਨੂੰ ਵੱਟ ਦੇ ਕੇ ਆਖਦੇ ਅਸੀਂ ਸਰਦਾਰ ਹੁੰਨੇ ਆ, ਤੇ ਜੇ ਸਰਦਾਰੀ ਘਰਾਣੇ ਦਾ ਸਵਾਲ ਪੁੱਛ ਲੈ ਤੇ ਮੁੜ ਕੇ ਮੁੱਛਾਂ ਆਰਾਮ ਨਾਲ ਥੱਲੇ ਕਰ ਲੈਂਦੇ। ਵੈਸੇ ਇੱਕ ਮੇਰਾ ਦੋਸਤ ਆ, ਉਹ ਕਹਿੰਦਾ ਭਾਜੀ ਇੱਕ ਮੁੱਛ ਹਮੇਸ਼ਾ ਬੰਦੇ ਨੂੰ ਤਾਂ ਰੱਖਣੀ ਚਾਹੀਦੀ ਆ, ਇੱਕ ਠਾਂ ਰੱਖਣੀ ਚਾਹੀਦੀ ਹੈ। ਮੈਂ ਕਿਹਾ ਉਹ ਕਿਉਂ? ਕਹਿੰਦਾ ਜੇ ਤੇ ਅਗਲੇ ਬੰਨੋਂ ਮਾੜਾ ਮਿਲੇ ਤੇ ਫਿਰ ਜਿਹੜੀ ਥੱਲੇ ਉਹ ਵੀ ਨਾਲ ਤਾਂ ਕਰ ਲੈਣੀ ਚਾਹੀਦੀ ਆ। ਵੀ ਕਿੱਦਾਂ? ਤੇ ਜੇ ਤਗੜਾ ਮਿਲੇ ਤਾਂ ਨਾਲ ਹੀ ਦੂਜੀ ਥੱਲੇ। ਭਾਜੀ ਫਿਰ ਕੀ ਹਾਲ ਚਾਲ ਨੇ? ਉਹ ਹਾਲ ਸਾਡਾ। ਜੇ ਕੋਈ ਅਗਲੇ ਪਾਸੇ ਤਗੜਾ ਦੀਦਾ ਹੈ ਨਾ, ਪੜ੍ਹਾਈ ਦੇ ਪੱਖ ਦੀ ਵਿਚਾਰ ਸਾਨੂੰ ਬਾਬਾ ਨਾਨਕ ਸਾਹਿਬ ਸੱਚੇ ਪਾਤਸ਼ਾਹ ਜੀ ਨੇ ਏਮਨਾਬਾਦ ਦੇ ਮੈਦਾਨ ਅੰਦਰ ਵਿਚਾਰ ਚੱਲੀ, ਵਿਚਾਰ ਦੀ ਜੰਗ ਅਸੀਂ ਜਿੱਤੀ ਹੈ। ਵਿਚਾਰਾਂ ਦੀ ਜੰਗ ਲੜਦੇ ਆਏ ਅਸੀਂ ਪੰਜਵੇਂ ਪਾਤਸ਼ਾਹ ਤੱਕ ਜੰਗ ਜਿੱਤੀ ਹੈ। ਜੇਕਰ ਵਿਚਾਰਾਂ ਤੋਂ ਅਗਾਂਹ ਤਲਵਾਰ ਦੀ ਜੰਗ ਆਈ, ਅਸੀਂ ਤਲਵਾਰਾਂ ਦੀਆਂ ਜੰਗਾਂ ਵੀ ਜਿੱਤੀਆਂ ਨੇ। ਮੁਆਫ ਕਰਨਾ, ਨਾ ਅਸੀਂ ਤਲਵਾਰ ਦੀ ਜੰਗ ਜਿੱਤਣ ਜੋਗੇ ਰਹਿ ਗਏ, ਨਾ ਵਿਚਾਰ ਦੀ ਜੰਗ ਜਿੱਤਣ ਜੋਗੇ ਰਹਿ ਗਏ। ਸਾਡੇ ਪੱਲੇ ਵਿਚਾਰ ਦਾ ਪੱਖ ਖਤਮ ਹੋ ਗਿਆ। ਮੇਰੇ ਗੁਰੂ ਨੇ ਆਖਿਆ ਸੀ ਥਾਲ ਵਿੱਚ ਤੈ ਵਸਤੂ ਪਈਓ, ਕਿਹੜੀ? ਸਤ ਸੰਤੋਖ। ਤੀਸਰੀ ਕਿਹੜੀ? ਅੰਮ੍ਰਿਤ ਨਾਮ ਠਾਕੁਰ ਕਾ ਪਈਓ। ਇਹ ਤਿੰਨ ਵਸਤਾਂ ਨੇ। ਇਹ ਲੱਭਣੀਆਂ ਕਿਵੇਂ ਨੇ? ਲੱਭੈ ਗੁਰ ਵਿਚਾਰ। ਸਤ ਸੰਤੋਖ ਵਿਚਾਰੋ, ਇਹਦੀ ਵਿਚਾਰ ਕਰਨ ਵਾਸਤੇ ਆਖਿਆ। ਤਾਂ ਸੌਖਾ ਜਿਹਾ ਪ੍ਰਮਾਣ ਹੋਰ ਦਿਆਂ। ਸਤਿਗੁਰੂ ਜੀ ਦਾ ਪਾਵਨ ਬਚਨ ਹੈ, ਸਤਿਗੁਰ ਨੂੰ ਸਭ ਕੋ ਦੇਖਦਾ ਜੇਤਾ ਜਗਤ ਸੰਸਾਰ, ਡਿਠੈ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਤੇ ਵਿਚਾਰ ਵਾਲਾ ਪੱਖ ਤੇ ਸਾਡਾ ਜਾਂਦਾ ਰਿਹਾ। ਮੁੰਡਾ ਮੰਗਣਾ ਕਿਤੇ ਵਿਚਾਰ ਕਰਦੇ ਆ,
ਮੁੰਡਾ ਮੰਗ ਲਿਆ, ਉਹਦਾ ਸ਼ਗਨ ਛੁਹਾਰਾ ਲਾਉਣਾ, ਸਾਰੇ ਬੈਠ ਕੇ ਵਿਚਾਰ ਕਰਦੇ ਆ। ਮੁੰਡੇ ਦਾ ਵਿਆਹ ਰੱਖ ਲਿਆ ਹੈ, ਕਿਹੜਾ ਟੈਂਟ ਸੱਦਣਾ, ਕਿਹੜਾ ਹਲਵਾਈ ਸੱਦਣਾ, ਕੀ ਕਾਰਡ ਛਪਣਾ, ਕੀ ਕਾਰਡ ਦੇ ਉੱਪਰ ਛਪਾਉਣਾ ਹੈ, ਹਰ ਇੱਕ ਗੱਲ ਦੀ ਬੈਠ ਕੇ ਘਰ ਵਿੱਚ ਵਿਚਾਰ ਕਰਦੇ ਆ। ਤੇ ਜਦੋਂ ਇਤਿਹਾਸ ਦੀ ਗੱਲ ਹੁੰਦੀ, ਚਲ ਕੋਈ ਨਹੀਂ, ਬਾਬੇ ਨੇ ਜੋ ਕਹਿਤਾ ਠੀਕ ਹੀ ਹੈ। ਜੇ ਲੱਭਣ ਦੀ ਗੱਲ ਪਈ ਤਾਂ ਨੈਟ ਬਾਬਾ ਜੀ ਨੂੰ ਝਾਤੀ ਮਾਰ ਲੈਂਦੇ ਹੋ। ਹੁਣ ਮੈਂ ਆਪਣੀ ਗੱਲ ਤੇ ਤੁਹਾਡਾ ਧਿਆਨ ਕੇਂਦਰਿਤ ਕਰਾਂ। ਨੈਟ ਬਾਬਾ ਜੀ ਤੁਹਾਨੂੰ ਇਹ ਦੱਸ ਰਿਹਾ ਏ ਕਿ ਸਰਦਾਰ ਮਹਿਤਾਬ ਸਿੰਘ ਤੇ ਭਾਈ ਤਾਰੂ ਸਿੰਘ ਮਾਮੇ ਭੂਆ ਦੇ ਪੁੱਤ ਨੇ। ਹਕੀਕਤ ਇਹ ਹੈ, ਸਰਦਾਰ ਮਹਿਤਾਬ ਸਿੰਘ ਭੰਗੂ ਸਰਦਾਰਾਂ ਦਾ ਪੁੱਤ ਹੈ, ਪਿੰਡ ਹੈ ਮੀਰਾਂਕੋਟ। ਭਾਈ ਤਾਰੂ ਸਿੰਘ ਦਾ ਪਿੰਡ ਹੈ ਪੂਲਾ। ਤੇ ਜੇ ਤੇ ਮਹਿਤਾਬ ਸਿੰਘ ਮਾਮੇ ਦਾ ਪੁੱਤ ਹੈ ਤੇ ਤਾਰੂ ਸਿੰਘ ਦੇ ਨਾਨਕੇ ਮੀਰਾਂਕੋਟ ਹੋਣੇ ਚਾਹੀਦੇ ਨੇ। ਤੇ ਜੇ ਤਾਰੂ ਸਿੰਘ ਮਾਮੇ ਦਾ ਪੁੱਤ ਹੈ ਤੇ ਮਹਿਤਾਬ ਸਿੰਘ ਦੇ ਨਾਨਕੇ ਪੂਲੇ ਪਿੰਡ ਚਾਹੀਦੇ ਨੇ, ਤਾਂ ਹੀ ਮਾਮੇ ਦਾ ਪੁੱਤ ਬਣੇਗਾ। ਨਾਨਕਿਆਂ 'ਚ ਹੁੰਦਾ ਮਾਮਿਆਂ ਦਾ ਪੁੱਤ। ਹੁਣ ਭਾਈ ਤਾਰੂ ਸਿੰਘ ਜੀ ਦਾ ਚੈਪਟਰ ਅਧਿਆਇ ਤੁਹਾਡੇ ਨਾਲ ਸਾਂਝਾ ਕਰਕੇ ਆਇਆ। ਉਹਨਾਂ ਦੇ ਨਾਨਕੇ ਪੜਾਣੇ ਪਿੰਡ ਹੈ। ਸਹੀ ਜਾਣਕਾਰੀ ਜਿਹੜੀ ਲੱਭਣ ਦਾ ਯਤਨ ਕੀਤਾ, ਅਜੇ ਫਿਲਹਾਲ ਬਹੁਤੇ ਹਵਾਲੇ ਨਹੀਂ ਦੇ ਸਕਦਾ। ਅਗਰ ਇਹਨਾਂ ਦੀ ਰਿਸ਼ਤੇਦਾਰੀ ਮੰਨਣੀ ਹੈ, ਉਹ ਮਾਸੀ ਦੇ ਪੁੱਤ ਭਰਾ ਦੀ ਪੈਂਦੀ, ਜਿਹੜਾ ਨੈਟ ਬਾਬਾ ਜੀ ਤੁਹਾਨੂੰ ਨਹੀਂ ਦੱਸਦੇ। ਹਰਜੀਤ ਸਿੰਘ ਬਾਜਵਾ ਵੀਰ ਮੇਰੇ ਸਾਹਮਣੇ ਬੈਠੇ ਨੇ, ਇਹਨਾਂ ਨੂੰ ਪੜਾਇਆ ਵੀ ਆ ਨੈਟ ਬਾਬਾ ਜੀ ਆਹ ਕੁਝ ਦੱਸਦੇ ਆ। ਇਹ ਕਹਿੰਦੇ ਬਾਕੀ ਕੀ ਕਰਦੇ ਹੋ? ਮੈਂ ਕਿਹਾ ਬਾਕੀ ਫਿਰ ਬਾਪੂ ਦੀ ਕਿਰਪਾ ਹੁੰਦੀ ਤਾਂ ਕਰਦੇ, ਵਰਨਾ ਸਾਡੇ ਪੱਲੇ ਵੀ ਕੱਖ ਨਹੀਂ। ਹੁਣ ਬਾਪੂ ਨੇ ਜੋ ਮੈਨੂੰ ਸਮਝਾਇਆ, ਜੋ ਮੱਤ ਦਿੱਤੀ, ਭਾਵੇਂ ਤੋਛੀ ਹੈ, ਉਹਦੇ ਨਾਲ ਮੈਂ ਤੁਹਾਡੀ ਸੇਵਾ ਕਰਕੇ ਤੁਹਾਡੇ ਦਿਲ ਦੀ ਖੁਸ਼ੀ ਹਾਸਲ ਕਰਨ ਦਾ ਯਤਨ ਕਰ ਰਿਹਾ। ਭਾਈ ਤਾਰੂ ਸਿੰਘ ਇੱਕ ਨਾ ਸਾਡੇ 'ਚ ਮਹਾਨ ਕਵੀਸ਼ਰ ਹੋਏ ਨੇ, ਬੜਾ ਵੱਡਾ ਨਾਂ ਸੀ ਉਹਨਾਂ ਦਾ। ਕਵੀਸ਼ਰੀ ਦੇ ਜਰਨੈਲ ਅਖਵਾਏ ਜਾਂਦੇ ਸਨ। ਗਿਆਨੀ ਜਰਨੈਲ ਸਿੰਘ ਜੀ ਪਿੰਡ ਸਭਰਾਵਾਂ ਵਾਲੇ, ਸਭ ਨੂੰ ਪਤਾ, ਬੜੇ ਉੱਚੇ ਆਲਾ ਕਿਸਮ ਦੇ ਕਵੀਸ਼ਰ ਸਨ, ਲਿਖਾਰੀ ਵੀ ਵੱਡੇ। ਉਹਨਾਂ ਨੇ ਇੱਕ ਪੰਕਤੀ ਲਿਖੀ, ਬਹੁਤੀ ਕਵਿਤਾ ਮੈਨੂੰ ਯਾਦ ਨਹੀਂ। ਤੇਰਾ ਮਿੱਤਰ ਭਾਈ ਮਹਿਤਾਬ ਸਿੰਘਾ ਤਾਰੂ ਸਿੰਘ ਪੂਲਾ ਫੜਿਆ ਗਿਆ। ਉਹਨਾਂ ਨੇ ਛੰਦ ਗਾਇਆ, ਉਹਨਾਂ ਨੇ ਮਿੱਤਰ ਅਨਾਉਂਸ ਕੀਤਾ ਹੈ। ਚਲੋ ਮਿੱਤਰ ਮੰਨ ਲਈਏ, ਮਾਸੀ ਦਾ ਪੁੱਤ ਮੰਨ ਲਈਏ, ਤੇ ਘੱਟ ਤੋਂ ਘੱਟ ਇਹ ਜ਼ਰੂਰ ਸਾਨੂੰ ਮੰਨਣਾ ਪਵੇਗਾ ਕਿਤੇ ਨਾ ਕਿਤੇ ਭਾਈ ਤਾਰੂ ਸਿੰਘ ਦੀ ਤੇ ਮਹਿਤਾਬ ਸਿੰਘ ਦੀ ਸਾਂਝ ਬੜੀ ਗਹਿਰੀ ਹੈ। ਉਸ ਗਹਿਰੀ ਸਾਂਝ ਨੂੰ ਮੁੱਖ ਰੱਖ ਕੇ, ਇੱਕ ਨੱਥੇ ਦੀ ਸ਼ਹੀਦੀ ਨੂੰ ਮੁੱਖ ਰੱਖ ਕੇ, ਇੱਕ ਆਪਣੇ ਪੁੱਤਰ ਨੂੰ ਲੱਗੀਆਂ ਹੋਈਆਂ ਸੱਟਾਂ ਨੂੰ ਮੁੱਖ ਰੱਖ ਕੇ, ਦੂਸਰਾ ਸਭ ਤੋਂ ਵੱਡੇ ਧਰਮ ਨੂੰ ਮੁੱਖ ਰੱਖ ਕੇ, ਜੇਕਰ ਮੈਂ ਬੀਕਾਨੇਰ ਰਿਹਾ ਤੇ ਹੋ ਸਕਦਾ ਕਿ ਮੇਰੇ ਮਗਰੋਂ ਜਿਹੜੇ ਮੇਰੇ ਨਾਲ ਸਾਂ, ਮੇਰੀ ਥਾਂ ਤੇ ਜ਼ਕਰੀਆ ਖਾਨ ਉਹਨਾਂ ਨੂੰ ਫੜ ਕੇ ਕਤਲ ਜ਼ਰੂਰ ਕਰ ਦੇਵੇਗਾ। ਜਿਹੜਾ ਸੰਤਾਪ ਕਾਲੇ ਦੌਰ ਦਾ ਤੁਸੀਂ ਪਿੰਡੇ ਤੇ ਹੰਡਾਇਆ, ਉਦੋਂ ਵੀ ਜੇ ਕੋਈ ਕਿਸੇ ਦੇ ਘਰ ਰੋਟੀ ਖਾ ਕੇ ਚਲੇ ਗਿਆ ਤੇ ਉਹ ਘਰ ਵਾਲੇ ਨਾਲ ਲੱਭਣ ਤੋਂ ਉਹਨਾਂ ਦੇ ਟੱਬਰਾਂ ਦੇ ਟੱਬਰ ਫੜ ਕੇ ਜੇਲ੍ਹ 'ਚ ਦਿੱਤੇ ਜਾਂਦੇ ਸਨ ਵੀ ਬੰਦਾ ਪੇਸ਼ ਕਰੋ। ਇਹ ਤਰੀਕਾ ਸੀਗਾ। ਇਸ ਕਰਕੇ ਸਰਦਾਰ ਗੁਰੂ ਸਾਹਿਬ ਜੀ ਦੇ ਚਰਨਾਂ 'ਚ ਸੋਧ ਕੇ ਅਰਦਾਸ, ਬੀਕਾਨੇਰ ਤੋਂ ਚਾਲੇ ਪੰਜਾਬ ਵੱਲੇ ਪਾਉਂਦਾ ਤੇ ਹਾਲਾਤ ਐਸੇ ਵਾਪਰਦੇ ਨੇ।
ਸਿੰਘ ਸੁਣ ਕੇ ਵੀਰ ਤੋਂ ਸਾਰੀਆਂ ਖਬਰਾਂ ਪੰਜਾਬ ਵੱਲੋਂ ਆਪਣੇ ਜੱਦੀ ਪਿੰਡ ਆ ਗਿਆ ਤੇ ਚੰਚਲ ਚੀਚੇ ਵਾਲਾ, ਇਹ ਅੰਮ੍ਰਿਤਸਰ ਦੇ ਲਾਗੇ ਚੀਚਾ ਭਗਣਾ ਪਿੰਡ ਪੈਂਦਾ, ਉੱਥੋਂ ਦਾ ਵੀ ਬੜਾ ਵੱਡਾ ਮੁਖਬਰ ਹੈ ਜਿਹਨੂੰ ਟਾਊਟ ਕਹਿੰਦੇ ਨੇ। ਇਹ ਸਮੁੱਚਾ ਪ੍ਰਸੰਗ ਗਿਆਨੀ ਗੁਰਭੇਜ ਸਿੰਘ ਜੀ ਜੌਲ ਪਿੰਡ ਰਾਜੂ ਜੌਲ ਸਿੰਘ ਵਾਲਾ, ਰਾਜੂ ਸਿੰਘ ਜੌਲ ਜਿਹੜਾ ਤਰਨਤਾਰਨ ਦੇ ਨਾਲ ਪੈਂਦਾ, ਉਹਨਾਂ ਦੀ ਕਲਮ ਤੋਂ ਲਿਖਿਆ ਹੋਇਆ ਪ੍ਰਸੰਗ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ। ਇਹਦੀ ਵਿਆਖਿਆ ਕਰਨ ਜੋਗਾ ਹੁਣ ਸਮਾਂ ਨਹੀਂ ਬਾਕੀ ਬਚਿਆ। ਇਹ ਕੱਲ ਦੇ ਦੀਵਾਨ ਵਿੱਚ ਮੈਂ ਫਿਰ ਇਸ ਲੜੀ ਨੂੰ ਅਗੇਰੇ ਤੋਰਨ ਦਾ ਯਤਨ ਕਰਾਂਗਾ। ਸਭ ਦਾ ਬਹੁਤ ਬਹੁਤ ਧੰਨਵਾਦ ਹੈ ਜੀ। ਘਰਾਂ ਵਿੱਚ ਬੈਠੀਆਂ ਗੁਰੂ ਕੀਆਂ ਸੰਗਤਾਂ ਦਾ, ਆਪ ਸੰਗਤਾਂ ਦਾ, ਜਿਨ੍ਹਾਂ ਬੜੇ ਮਾਣ ਦੇ ਨਾਲ ਬੜੇ ਪਿਆਰ ਨਾਲ ਸਰਵਣ ਕੀਤਾ, ਪਿਆਰ ਬਖਸ਼ਿਸ਼ ਕੀਤਾ, ਤਹਿ ਦਿਲੋਂ ਧੰਨਵਾਦੀ ਹਾਂ। ਭੁੱਲਾਂ ਨੂੰ ਨਜ਼ਰਅੰਦਾਜ਼ ਕਰਦੇ ਆਖਿਓ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹਲਾ ਤੀਜਾ ਆਨੰਦ ਇੱਕ ਓੰਕਾਰ ਸਤਿਗੁਰ ਪ੍ਰਸਾਦ। ਆਨੰਦ ਪਾਇਆ ਮੇਰੀ ਮਾਏ ਸਤਿਗੁਰੂ ਮੈਂ ਪਾਇਆ, ਸਤਿਗੁਰ ਤਾਂ ਪਾਇਆ ਸਹਿਜ ਸੇਤੀ ਮਨ ਵਧੀਆ ਵਾਦਾਇਆ। ਰਾਗ ਰਤਨ ਪਰਵਾਰ ਭਰੀਆਂ ਸ਼ਬਦ ਗਾਵਣ ਆਇਆ, ਸ਼ਬਦੋ ਤਗਾਵੋ ਹਰੀ ਕੇਰਾ ਹਰ ਜਿਨੇ ਵਸਾਇਆ। ਕਹਿ ਨਾਨਕ ਆਨੰਦ ਹੋਆ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾ ਹਰ ਨਾਲੇ, ਹਰ ਨਾਲੇ ਰਹੋ ਤੂੰ ਮਨ ਮੇਰੇ ਦੁੱਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਸਭਨਾ ਗਲਾ ਸਮਰੱਥ ਸੁਆਮੀ ਛੋਟਿਓ ਮਨੋ ਵਸਾਰੇ। ਕਹਿ ਨਾਨਕ ਮਨ ਮੇਰੇ ਸਦਾ ਹਰ ਨਾਲੇ, ਸਾਚੇ ਸਾਹਿਬਾ ਕਿਆ ਨਹੀਂ ਕਰਦੇ ਕਰਤਾ ਤੇਰੇ ਸਭ ਕਿਛ ਹੈ ਇਸ ਦੇ ਸੋ ਪਾਵੈ। ਸਦਾ ਸਿਫਤ ਸਲਾਹ ਤੇਰੀ ਨਾਮ ਮਨ ਵਸਾਵੈ। ਨਾਮ ਜਿਨ ਕੇ ਮਨ ਵਸਿਆ ਆਗੇ ਸ਼ਬਦ ਕਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਦੇ ਰੇ ਸਾਚਾ ਨਾਮ ਮੇਰਾ ਆਧਾਰ। ਸਾਚ ਨਾਮ ਆਧਾਰ ਮੇਰਾ ਜਿਨ ਖਾਸਾ ਭਗਵਾਇਆ। ਹਰ ਜਾਤ ਸੁਖ ਮਨ ਆਏ ਵਸਿਆ ਜਿਨ ਈਸ਼ਾ ਸਭ ਪੁਜਾਇਆ। ਸਾਲਾ ਕੁਰਬਾਨ ਕੀਤਾ ਗੁਰ ਮਿਟੋ ਇਸ ਦੀ ਏ ਵਡਿਆਇਆ। ਕਹੇ ਨਾਨਕ ਸੁਣੋ ਸੰਤੋ ਸਬਦ ਕਰੋ ਪਿਆਰੋ ਸਾਚਾ ਨਾਮ ਮੇਰਾ ਆਧਾਰ। ਵਾਜੇ ਪੰਜ ਸ਼ਬਦ ਤਿਤ ਘਰ ਸੁਭਾਗੇ, ਹਰ ਸੁਭਾਗੇ ਸ਼ਬਦ ਵਾਜੇ ਕਲਾ ਤਿਤ ਕਰਤਾਰਿਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਗੁਰ ਕਰਮ ਪਾਇਆ ਤੁਧ ਜਿਨ ਕਾਸੇ ਨਾਮ ਹਰ ਕੇ ਲਾਗੇ। ਕਹੇ ਨਾਨਕ ਤੈ ਸੁਖ ਹੋਆ ਤਿਤ ਕਰ ਅਨਹਦ ਵਾਗੇ। ਅਰਧ ਸਰੋਵਣ ਭਾਗੀ ਹੋ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਵਸੂਰੇ। ਦੁਖ ਰੋਗ ਸੰਤਾਪੀ ਉਤਰੇ ਸਣੀ ਸੱਚੀ ਬਾਣੀ। ਸੰਤ ਸਾਜਣ ਪੈ ਸਰਸੇ ਪੂਰੇ ਕਰਤੇ ਜਾਣੀ। ਸੁਣਤੇ ਪੁਨੀਤ ਕਹਤੇ ਪਵਿੱਤ ਸਤਿਗੁਰ ਰਹਿਆ ਭਰਪੂਰੇ। ਬਿਰਮੰਤ ਨਾਨਕ ਗੁਰ ਚਰਨ ਲਾਗੇ ਆਜੇ ਅਨਹਦ ਦੂਰੇ। ਪਵਨ ਗੁਰੂ ਪਾਣੀ ਪਿਤਾ ਮਾਤਾ ਕਰਤ ਮਹਾਤ। ਦਿਵਸ ਰਾਤ ਦੇ ਦਾਈ ਦਾਇਆ ਖੇਲੇ ਸਗਲ ਜਗਤ। ਜੰਗਿਆਈਆਂ ਬੁਰਿਆਈਆਂ ਆਜੇ ਧਰਮ ਅਧੂਰਾ। ਕਰਮੀ ਆਪੋ ਆਪਣੀ ਕਿਹੜੇ ਕਾ ਦੂਰਾ। ਜਿਨੀ ਨਾਮ ਤੇ ਆਇਆ ਕਿਆ ਮੁਸ਼ੱਕਤ ਕਾਲ। ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ। ਜਿਨੀ ਨਾਮ ਤੇ ਆਇਆ ਕਿਆ ਮੁਸ਼ੱਕਤ ਕਾਲ। ਨਾਨਕ ਤੇ ਮੁਖ ਉਜਲੇ ਏਤੀ ਛੁੱਟੀ ਨਾਲ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਤੂੰ ਠਾਕੁਰ